आप माई भाई काफ़ी समय तो सतगुरां दे चरनां दे विच बैठ के रब्बी गुरबाणी दे जाप सरवण करते आ रहे हो। आओ धन श्री गुरु गोबिंद सिंह महाराज जियां दा जीवन इतिहास चलता आ रहा है। आओ सतगुरु महाराज जी का जो जीवन इतिहास है वो कई दिनों तो सरवण करते आ रहे हैं। रतन राय ने दर्शन करने वास्ते आनंदपुर साहिब पहुंचना। इस तरह सतगुरु की शरण विच दर्शन करने वास्ते तैयारी करके रतन राय अपनी माता सहित कुछ सधारण सहायक फौजी सेवकों नूं नाल लैके आनंदपुर साहिब नूं तुर पिया। राते विच विश्राम करदा होया हौली हौली रास्ते विच विश्राम करदा हौली हौली आनंदपुर साहिब पहुंच गया। जद सतगुरु जी नूं खबर हुई कि असाम तो राजा उन्हां दे दर्शन परसन करन वास्ते आ रहा है, तो सतगुरु जी ने उसनूं डेरा करा के उसदे हाथी घोड़े अते सेवकां सहित लोड़ अनुसार उसनूं डेरे रस्त पहुंचा दिती। दूसरे तीसरे पहर सतगुरु जी ने राजे नूं दर्शन करन दी आग्या कीती। तां गुरमुख प्यारिओ महाराज जी ने दर्शन करन दी आग्या दिती। दूसरे दिन जब तीसरे पहर दीवान सज रहा सी तां राजा अपने हाथी घोड़े आदि सब अजीब वस्तां सतगुरु जी की भेटा करन वास्ते बड़े प्रेम ते सरदा दे नाल नंगे पैरी लैके हाजिर होया। ये सब चीज़ां लैके नंगे पैरी हाजिर होया। तां गुरमुख प्यारिओ उस तो उपरंत राजे दे मंत्री ने सतगुरु जी नूं हर एक चीज भेटा वास्ते लियांदी सी। जो गुण वर्णन करके दसे, जो चीज़ां प्रसादी हाथी पंच कला शास्त्र चंदन दी चौंकी और बड़ा बेसमाल कीमती तंबू सतगुरु जी दे वास्ते लेके आया। तां गुरमुख प्यारिओ सारिया चीज़ों बारे दसिया सतगुरु जी ने और सतगुरु जी राजे उत्ते बड़े खुश प्रसन्न होए।
ਅਤੇ ਸੁੱਖ ਸ਼ਾਂਤੀ, ਰਾਜ ਭਾਗ ਤੇ ਹੋਰ ਅਨੇਕ ਖੁਸ਼ੀਆਂ ਦੀ ਉਸ ਨੂੰ ਬਖਸ਼ਿਸ਼ ਕੀਤੀ। ਰਾਜਾ ਰਤਨ ਰਾਏ ਨੇ ਸਤਿਗੁਰੂ ਜੀ ਤੋਂ ਪਹੁਲ ਲੈ ਕੇ ਆਪ ਜੀ ਦੀ ਸਿੱਖੀ ਧਾਰਨ ਕਰ ਲਈ। ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਰਤਨ ਰਾਏ ਰਾਜਾ ਸਿੱਖ ਬਣ ਗਿਆ। ਕੋ ਸਤਨਾਮ। ਸਤਿਗੁਰੂ ਜੀ ਨੇ ਉਸ ਨੂੰ ਸਰਦਾਵਾਨ ਪ੍ਰੇਮੀ ਸਿੱਖ ਜਾਣ ਕੇ ਉਹਦਾ ਜਨਮ ਮਰਨ ਦਾ ਦੁੱਖ ਕੱਟ ਦਿੱਤਾ। ਦੂਸਰੇ ਦਿਨ ਜਦ ਫੇਰ ਸਤਿਗੁਰੂ ਜੀ ਦਾ ਦੀਵਾਨ ਸਜਿਆ ਤਾਂ ਰਤਨ ਰਾਏ ਆਪਣੀ ਇੱਕ ਇੱਕ ਭੇਟਾ ਦੇ ਗੁਣ ਵਰਣਨ ਕਰਕੇ ਸਤਿਗੁਰੂ ਜੀ ਨੂੰ ਵਿਖਾਉਣ ਵਾਸਤੇ ਹਾਜ਼ਰ ਹੋਇਆ। ਸਭ ਤੋਂ ਪਹਿਲਾਂ ਜਿਹੜੀ ਚੌਂਕੀ ਆ ਉਹ ਮੰਗਵਾਈ, ਜਿਹੜੀ ਉਹ ਸਮਿਆਂ ਵਿੱਚ 1.25 ਲੱਖ ਦੀ ਕੀਮਤ ਸੀ ਚੌਂਕੀ ਦੀ। ਸਭ ਤੋਂ ਪਹਿਲਾਂ ਚੌਂਕੀ ਮੰਗਵਾਈ ਜਿਹਦੀ ਕੀਮਤ 1.25 ਲੱਖ ਸੀ ਉਸ ਸਮੇਂ। ਉਸ ਨੂੰ ਸਤਿਗੁਰੂ ਜੀ ਦੇ ਪਾਸ ਰੱਖ ਕੇ ਉਹਦੀਆਂ ਕਲਾ ਦਵਾਈ ਤਾਂ ਉਸ ਵਿੱਚੋਂ 4 ਪੁਤਲੀਆਂ ਨਿਕਲੀਆਂ। ਉਹਨਾਂ ਅੱਗੇ ਚੌਪੜ ਵਿਸ ਗਿਆ ਅਤੇ ਡਲੀਆਂ ਸੁੱਟ ਕੇ ਚੌਪੜ ਖੇਡਣ ਲੱਗ ਪਈਆਂ। ਇਹ ਚੰਦਨ ਦੀ ਚੌਂਕੀ ਜਿਹਦੇ ਵਿੱਚ ਇਸ ਤਰ੍ਹਾਂ ਦੀਆਂ ਕੌਤਕ ਕਰਨ ਵਾਲੀਆਂ ਵਸਤੂਆਂ ਸਨ। ਦੂਜੇ ਨੰਬਰ ਤੇ ਪੰਚ ਕਲਾ ਸ਼ਾਸਤਰ ਲਿਆਂਦਾ। ਜਦ ਉਸ ਨੂੰ ਕਸਿਆ ਤਾਂ ਉਸ ਵਿੱਚੋਂ ਤਮਾਚਾ ਨਿਕਲਿਆ। ਤਮਾਚਾ ਕਹਿੰਦੇ ਨੇ ਰਿਵਾਲਵਰ ਨੂੰ। ਉਸ ਨੂੰ ਜਦ ਦੁਬਾਰਾ ਫਿਰ ਬਟਨ ਦੱਬਿਆ ਤਾਂ ਬੜੀ ਜ਼ੋਰਦਾਰ ਆਵਾਜ਼ ਨਿਕਲੀ। ਜਦ ਫਿਰ ਉਸ ਨੂੰ ਦਬਾਇਆ ਤਾਂ ਉਹ ਕਿਰਪਾਨ ਹੋ ਗਈ। ਜਦ ਤੀਜੀ ਵਾਰ ਦਬਾਇਆ ਤਾਂ ਉਹ ਵਰਸੀ ਬਣ ਗਈ। ਫਿਰ ਚੌਥੀ ਵਾਰ ਦੱਬਿਆ ਤਾਂ ਉਹ ਜਮਧਾਰ ਬਣ ਗਈ। ਪੰਜਵੀਂ ਵਾਰ ਉਸ ਦੀ ਕਲਾ ਨੂੰ ਦੱਬਿਆ ਤਾਂ ਗੁਰਜ ਨਿਕਲ ਆਈ। ਇਸ ਤਰ੍ਹਾਂ ਦੀ ਉਹ ਸ਼ਾਸਤਰ ਦੇ ਵਿੱਚ ਪੰਜ ਕਲਾ ਸ਼ਾਸਤਰ ਦੇ ਵਿੱਚ 5 ਕਲਾ ਸਨ। ਕਦੇ ਉਹ ਰਿਵਾਲਵਰ ਬਣ ਜਾਂਦਾ, ਕਦੇ ਉਹ ਵਰਸੀ ਬਣ ਜਾਂਦੀ ਆ। ਦੁਬਾਰਾ ਬਟਨ ਦੱਬੋਗੇ ਫਿਰ ਗੁਰਮੁਖ ਪਿਆਰਿਓ ਗੁਰਜ ਬਣ ਜਾਂਦਾ। ਇਸ ਤਰ੍ਹਾਂ ਦੀਆਂ ਉਹਦੇ ਵਿੱਚ 5 ਕਲਾ ਸ਼ਾਸਤਰ ਕਲਾ ਸਨ। 5 ਕਲਾ ਸ਼ਾਸਤਰ ਦੇ ਵਿੱਚ ਉਸ ਸਮੇਂ ਕਿਸੇ ਵੀ ਰਾਜੇ ਮਹਾਰਾਜੇ ਦੇ ਕੋਲ ਇਹ ਜਿਹੀਆਂ ਵਸਤੂਆਂ ਨਹੀਂ ਸਨ। ਇਸ ਤਰ੍ਹਾਂ ਉਸ ਦੀਆਂ 5 ਕਲਾ ਨੂੰ ਵੇਖ ਕੇ ਸਤਿਗੁਰੂ ਜੀ ਬੜੇ ਅਤੇ ਸੰਗਤ ਬੜੀ ਖੁਸ਼ ਹੋਈ। ਉਪਰੰਤ ਸਤਿਗੁਰੂ ਜੀ ਨੇ ਘੋੜੇ ਮੰਗਵਾ ਕੇ ਵੇਖੇ ਜੋ ਬਹੁਤ ਹੀ ਚੱਪਲ ਸੁੰਦਰ ਤੇ ਬਲਵਾਨ ਘੋੜੇ ਸਨ, ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਰਤਨ ਰਾਏ ਨੇ ਭੇਟਾ ਕੀਤੇ। ਉਪਰੰਤ ਸਤਿਗੁਰੂ ਜੀ ਦੇ ਹਜੂਰ ਇੱਕ ਸੁੰਦਰ ਹਾਥੀ ਨਵੇਂ ਬਹੁ ਮੁੱਲੇ ਸਾਜ ਨਾਲ ਸੰਗਾਰਿਆ ਹੋਇਆ ਲਿਆਂਦਾ ਗਿਆ, ਜਿਹਦਾ ਰੰਗ ਕਾਲਾ, ਕੱਦ ਛੋਟੇ ਔਰ ਸੁੰਡ ਤੋਂ ਲੈ ਕੇ ਮੱਥੇ ਦੀ ਚੋਟੀ ਤੱਕ ਔਰ ਸੁੰਡ ਦੀ ਨੋਕ ਤੋਂ ਲੈ ਕੇ ਪਿੱਠ ਤੱਕ ਹੁੰਦੀ ਹੋਈ ਪੂੰਛ ਤੱਕ ਚਿੱਟੇ ਰੰਗ ਦੀ ਲੀਕ ਸੀ। ਸੁੰਡ ਤੋਂ ਲੈ ਕੇ ਪੂੰਛ ਤੱਕ ਚਿੱਟੇ ਰੰਗ ਦੀ ਲੀਕ ਸੀ। ਇਸ ਨੇ ਗੁਰੂ ਦਰਬਾਰ ਵਿੱਚ ਆਣ ਕੇ ਪਹਿਲਾਂ ਸਤਿਗੁਰੂ ਜੀ ਦੇ ਜੋੜੇ ਨੂੰ ਸਤਿਗੁਰੂ ਜੀ ਦੇ ਦਰਬਾਰ ਦੇ ਵਿੱਚ ਆ ਕੇ ਪਹਿਲਾਂ ਜੋੜੇ ਨੂੰ ਸੁੰਡ ਨਾਲ ਸਾਫ਼ ਕੀਤਾ।
फिर अपनी सुंड नाल पानी भर के सेवका वांगो सतगुरु जी दे चरण धोए ਅਤੇ ਕੱਪੜੇ ਨਾਲ ਸਾਫ਼ ਕਰਕੇ ਉਪਰੰਤ ਚੌਰ ਨੂੰ ਸੁੰਡ ਵਿੱਚ ਫੜਾ ਕੇ ਸਤਿਗੁਰੂ ਜੀ ਦੇ ਪਿੱਛੇ ਖੜ ਕੇ ਉਹਨਾਂ ਨੂੰ ਮਹਾਰਾਜ ਜੀ ਨੂੰ ਚੌਰ ਸਾਹਿਬ ਕਰਨ ਲੱਗ ਪਿਆ। ਇੱਕ ਸਿਆਣੇ ਸੇਵਾਦਾਰ ਵਾਂਗੋਂ ਝੁਲਾਇਆ। ਫਿਰ ਸਤਿਗੁਰੂ ਜੀ ਨੇ ਆਪਣੇ ਧੁਨਸ ਵਿੱਚੋਂ ਕੁਝ ਬਾਣ ਚਲਾਏ, ਜਿਨ੍ਹਾਂ ਨੂੰ ਸੁੰਡ ਨਾਲ ਇਕੱਠੇ ਕਰਕੇ ਉਸਨੇ ਸਤਿਗੁਰੂ ਜੀ ਅੱਗੇ ਲਿਆ ਰੱਖੇ। ਇਸੇ ਕਰਤੱਵ ਵੇਖ ਕੇ ਸੰਗਤਾਂ ਬੜੀਆਂ ਹੈਰਾਨ ਹੋਈ ਅਤੇ ਸਤਿਗੁਰੂ ਜੀ ਨੇ ਪ੍ਰਸੰਨ ਹੋ ਕੇ ਹਾਥੀ ਦਾ ਨਾਮ ਪ੍ਰਸਾਦੀ ਹਾਥੀ ਰੱਖਿਆ। ਉਪਰੰਤ ਰਤਨ ਰਾਏ ਨੇ ਸਤਿਗੁਰੂ ਜੀ ਨੂੰ ਦੱਸਿਆ ਕਿ ਰਾਤ ਦੇ ਸਮੇਂ ਜੇ ਇਸ ਦੀ ਸੁੰਡ ਵਿੱਚ ਮਸਾਲ ਫੜਾ ਦਈਏ ਤਾਂ ਉਸ ਨੂੰ ਫੜ ਕੇ ਇਹ ਰਸਤੇ ਵਿੱਚ ਚਾਨਣਾ ਕਰਦਾ ਅੱਗੇ ਅੱਗੇ ਤੁਰਿਆ ਜਾਂਦਾ ਹੈ। ਹੋਰ ਵੀ ਜੋ ਕੰਮ ਇਸ ਤੋਂ ਕਰਾਉਣਾ ਚਾਹੁੰਦੇ ਹੋ ਇਹ ਕਰਦਾ ਹੈ। ਰਤਨ ਰਾਏ ਨੇ ਬੇਨਤੀ ਕੀਤੀ, ਹਜੂਰ ਇਨ੍ਹਾਂ ਸਿਫਤਾਂ ਦੇ ਰੰਗ ਢੰਗ ਦਾ ਹੋਰ ਹੀ ਕੋਈ ਹਾਥੀ ਸੰਸਾਰ ਦੇ ਵਿੱਚ ਨਹੀਂ। ਇਹੋ ਜਿਹਾ ਹਾਥੀ ਕੋਈ ਵੀ ਸੰਸਾਰ ਦੇ ਵਿੱਚ ਨਹੀਂ ਤੁਹਾਨੂੰ ਮਿਲੇਗਾ। ਤਾਂ ਗੁਰਮੁਖ ਪਿਆਰਿਓ, ਬੜਾ ਆਗਿਆਕਾਰੀ ਹਾਥੀ ਸੀ ਪ੍ਰਸਾਦੀ ਹਾਥੀ, ਜਿਹਦਾ ਨਾਮ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਰੱਖਿਆ। ਮਹਾਰਾਜ ਜੀ ਕਹਿੰਦੇ ਬਹੁਤ ਸੋਹਣਾ ਹੈ, ਇਹ ਤਾਂ ਕੇਵਲ ਆਪ ਜੀ ਵਾਸਤੇ ਹੀ ਵਿਧਾਤੇ ਨੇ ਭੇਜਿਆ। ਰਤਨ ਰਾਏ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ, ਇਹ ਤਾਂ ਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪ ਜੀ ਵਾਸਤੇ ਹੀ ਭੇਜਿਆ। ਰਤਨ ਰਾਏ ਦੇ ਸਰਦਾ ਭਰੇ ਸੋਹਣੇ ਬਚਨ ਸੁਣ ਕੇ ਸਤਿਗੁਰੂ ਜੀ ਉਸ ਉੱਤੇ ਬਹੁਤ ਖੁਸ਼ੀ ਕੀਤੀ ਤੇ ਫਰਮਾਇਆ, ਕਹਿੰਦੇ ਜਿਸ ਤਰ੍ਹਾਂ ਤੂੰ ਬਹੁਤ ਸਰਦਾ ਤੇ ਪ੍ਰੇਮ ਨਾਲ ਇਹ ਅਜੀਬ ਚੀਜ਼ਾਂ ਸਾਡੇ ਵਾਸਤੇ ਲਿਆਂਦੀਆਂ ਹਨ, ਉਸੇ ਤਰ੍ਹਾਂ ਹੀ ਤੈਨੂੰ ਇਹਨਾਂ ਦਾ ਬਹੁਤ ਆਨੰਦ ਫਲ ਪ੍ਰਾਪਤ ਹੋਵੇਗਾ। ਇਸ ਪ੍ਰਸੰਨਤਾ ਦੇ ਨਾਲ ਸਤਿਗੁਰੂ ਜੀ ਨੇ ਆਪਣੇ ਚਰਨਾਂ ਦਾ ਅੰਮ੍ਰਿਤ ਉਸ ਨੂੰ ਸਕਾ ਕੇ ਆਪਣੀ ਸਿੱਖੀ ਬਖਸ਼ੀ ਅਤੇ ਵਾਹਿਗੁਰੂ ਮੰਤਰ ਦਾ ਜਾਪ ਕਰਨ ਵਾਸਤੇ ਆਗਿਆ ਕੀਤੀ, ਜੋ ਭੋਗ ਮੋਖ ਦਾ ਦਾਤਾ ਹੈ। ਸਤਿਗੁਰੂ ਜੀ ਆਪਣੇ ਸਿੱਖਾਂ ਨੂੰ ਨਾਲ ਲੈ ਕੇ ਰਤਨ ਰਾਏ ਨਾਲ ਸ਼ਿਕਾਰ ਖੇਡਣ ਜਾਂਦੇ, ਘੋੜੇ ਭਜਾਉਂਦੇ, ਸ਼ਾਸਤਰ ਚਲਾਉਂਦੇ ਤੇ ਸ਼ਿਕਾਰ ਕਰਦੇ। ਕਦੇ ਸਤਲੁਜ ਦੇ ਕਿਨਾਰੇ ਪਾਣੀ ਵਿੱਚ ਇਸ਼ਨਾਨ ਕਰਦੇ, ਇੱਕ ਦੂਜੇ ਉੱਤੇ ਛਿੱਟੇ ਮਾਰ ਮਾਰ ਕੇ ਹਾਸ ਵਿਲਾਸ ਕਰਦੇ। ਕੁਝ ਸਮਾਂ ਆਨੰਦਪੁਰ ਇਸ ਤਰ੍ਹਾਂ ਆਨੰਦ ਲੈ ਕੇ ਰਤਨ ਰਾਏ ਦੀਪਮਾਲਾ ਦਾ ਮੇਲਾ ਵੇਖ ਕੇ ਸਤਿਗੁਰੂ ਜੀ ਤੋਂ ਆਗਿਆ ਲੈ ਕੇ ਆਪਣੇ ਦੇਸ਼ ਅਸਾਮ ਨੂੰ ਵਾਪਸ ਚਲਿਆ ਗਿਆ। ਕੁਝ ਸਮਾਂ ਤਾਂ ਪ੍ਰਸਾਦੀ ਹਾਥੀ ਆਪਣੇ ਥਾਂ ਉੱਤੇ ਬੱਧਾ ਹੀ ਰਤਬ ਖਾਂਦਾ ਰਿਹਾ, ਪਰ ਇੱਕ ਦਿਨ ਸਤਿਗੁਰੂ ਜੀ ਨੇ ਆਪਣੇ ਸੇਵਕਾਂ ਨੂੰ ਆਖ ਕੇ ਉਸ ਨੂੰ ਖੁੱਲਾ ਛੱਡ ਦਿੱਤਾ। ਤਾਂ ਗੁਰਮੁਖ ਪਿਆਰਿਓ, ਪ੍ਰਸਾਦੀ ਹਾਥੀ ਬਾਜ਼ਾਰ ਵਿੱਚ ਤੁਰਿਆ ਤੁਰਿਆ ਜਾਂਦਾ, ਦੁਕਾਨਦਾਰਾਂ ਦੀਆਂ ਚੀਜ਼ਾਂ ਫੜ ਫੜ ਕੇ ਖਾਂਦਾ। ਹਲਵਾਈਆਂ ਦੀਆਂ ਦੁਕਾਨਾਂ ਤੋਂ ਲੱਡੂ ਪੇੜੇ ਪੂਰੀ ਕਚੌਰੀ ਆਦਿਕ
ਜੋ ਵੀ ਵੇਖੇ ਸੁੰਡ ਨਾਲ ਫੜ ਕੇ ਮੂੰਹ ਵਿੱਚ ਪਾ ਲਵੇ। ਇਸ ਤਰ੍ਹਾਂ ਤੰਗ ਹੋ ਕੇ ਇੱਕ ਦੁਕਾਨਦਾਰ ਇਕੱਠੇ ਹੋ ਕੇ ਸਤਿਗੁਰੂ ਜੀ ਦੇ ਪਾਸ ਫਰਿਆਦ ਲੈ ਕੇ ਆਣ ਖੜੇ ਹੋਏ। ਉਹਨਾਂ ਨੇ ਕਿਹਾ, ਸਤਿਗੁਰੂ ਜੀ, ਤੁਹਾਡਾ ਪ੍ਰਸਾਦੀ ਹਾਥੀ ਸਾਰਾ ਦਿਨ ਖੁੱਲਾ ਫਿਰਦਾ ਰਹਿੰਦਾ ਹੈ, ਸਾਡੇ ਬਹੁਤ ਨੁਕਸਾਨ ਕਰਦਾ ਹੈ। ਅਸੀਂ ਤੁਹਾਡੇ ਪਾਸੋਂ ਡਰਦੇ ਹੋਏ ਇਸ ਨੂੰ ਸੋਟੀ ਡੰਡਾ ਵੀ ਨਹੀਂ ਮਾਰ ਸਕਦੇ। ਸਤਿਗੁਰੂ ਜੀ ਨੇ ਦੁਕਾਨਦਾਰਾਂ ਤੋਂ ਇਹ ਬੇਨਤੀ ਸੁਣ ਕੇ ਆਪਣੇ ਮਸੰਦ ਨੂੰ ਸੱਦ ਕੇ ਆਖਿਆ ਕਿ ਇਹਨਾਂ ਦਾ ਜਿਤਨਾ ਨੁਕਸਾਨ ਪ੍ਰਸਾਦੀ ਹਾਥੀ ਨੇ ਕੀਤਾ ਹੈ ਜਾਂ ਜੋ ਅੱਗੇ ਨੂੰ ਕਰੇਗਾ, ਉਹ ਰੋਜ਼ ਹੀ ਸ਼ਾਮ ਨੂੰ ਸਭ ਨੂੰ ਪੁੱਛ ਕੇ ਖਜ਼ਾਨੇ ਵਿੱਚੋਂ ਉਤਨੇ ਪੈਸੇ ਦੇ ਦਿਆ ਕਰੋ। ਜਿੰਨਾ ਵੀ ਨੁਕਸਾਨ ਹੋਵੇ ਉਨਾ ਹੀ ਸ਼ਾਮ ਨੂੰ ਰੋਜ਼ ਇਹਨਾਂ ਨੂੰ ਪੈਸੇ ਦੇ ਦਿਆ ਕਰੋ। ਸਤਿਗੁਰੂ ਜੀ ਦਾ ਇਹ ਹੁਕਮ ਸੁਣ ਕੇ ਦੁਕਾਨਦਾਰ ਬੜੇ ਖੁਸ਼ ਹੋ ਕੇ ਵਾਪਸ ਚਲੇ ਗਏ। ਪ੍ਰਸਾਦੀ ਹਾਥੀ ਬਿਨਾਂ ਰੋਕ ਟੋਕ ਦੇ ਰੋਜ਼ ਬਾਜ਼ਾਰ ਗਲੀਆਂ ਵਿੱਚ ਸੈਰ ਕਰਦਾ ਰਹਿੰਦਾ ਤੇ ਜੋ ਵੀ ਉਹਨਾਂ ਦਾ ਨੁਕਸਾਨ ਹੁੰਦਾ ਸੀ ਉਹਨਾਂ ਨੂੰ ਰੋਜ਼ ਦੀ ਰੋਜ਼ ਮਾਇਆ ਮਿਲ ਜਾਂਦੀ ਸੀ। ਰਣਜੀਤ ਨਗਾਰਾ ਬਣਵਾਉਣਾ ਤੇ ਮਸੰਦਾਂ ਨੇ ਮਾਤਾ ਜੀ ਨੂੰ ਆਖਣਾ, ਸਤਿਗੁਰੂ ਜੀ ਨਿਤਾ ਪ੍ਰਤੀ ਸ਼ਾਸਤਰਾਂ ਦੇ ਜੈਸਾ ਕਿ ਤੀਰ ਬੰਦੂਕ ਆਦਿ ਤਲਵਾਰਾਂ ਚਲਾਉਣ ਦੇ ਅਭਿਆਸ ਕਰਦੇ ਰਹਿੰਦੇ। ਨਿਤ ਨਵੀਆਂ ਦੇਸ਼ ਵਿਦੇਸ਼ ਤੋਂ ਸੰਗਤਾਂ ਘੋੜੇ ਵਸਤਰ ਲਿਆ ਕੇ ਭੇਟ ਕਰਦੀਆਂ। ਅਨੇਕਾਂ ਸਿੱਖ ਸਰਦਾ ਨਾਲ ਆਪ ਜੀ ਦੇ ਪਾਸ ਨੌਕਰੀ ਕਰਨ ਲੱਗ ਪਏ। ਅਨੇਕਾਂ ਸਿੰਘ ਆਪ ਜੀ ਦੇ ਪਾਸ ਨੌਕਰੀ ਕਰਨ ਲੱਗ ਪਏ। ਅਨੇਕਾਂ ਸਿੱਖ ਸਰਦਾ ਨਾਲ ਆਪ ਜੀ ਦੇ ਕੋਲ ਆਉਂਦੇ। ਉਹਨਾਂ ਨੂੰ ਨਿਯਮਤ ਅਨੁਸਾਰ ਤਨਖਾਹ, ਰੋਟੀ ਤੇ ਕੱਪੜਾ ਮਿਲਦਾ। ਇਸ ਤਰ੍ਹਾਂ ਹਜ਼ਾਰਾਂ ਦੀ ਗਿਣਤੀ ਵਿੱਚ ਆਪ ਜੀ ਪਾਸ ਇਕੱਠੇ ਹੋ ਗਏ। ਹਜ਼ਾਰਾਂ ਦੀ ਗਿਣਤੀ ਵਿੱਚ ਸਿੰਘ ਅਨੰਦਪੁਰ ਸਾਹਿਬ ਦੇ ਵਿੱਚ ਇਕੱਠੇ ਹੋ ਗਏ। ਜਦ ਕੋਈ ਸਿੱਖ ਸਤਿਗੁਰੂ ਜੀ ਦੇ ਦਰਸ਼ਨ ਕਰਨ ਆਉਂਦਾ ਤਾਂ ਜੈਕਾਰੇ ਬੁਲਾ ਕੇ ਹੀ ਸਤਿਗੁਰੂ ਜੀ ਦੇ ਦਰਸ਼ਨ ਕਰਦਾ। ਸਤਿਗੁਰੂ ਜੀ ਸਿੱਖਾਂ ਨੂੰ ਅਭਿਆਸ ਕਰਨ ਵਾਸਤੇ ਚੰਗੇ ਘੋੜੇ ਸ਼ਾਸਤਰ ਦੇ ਕੇ ਉਹਨਾਂ ਤੋਂ ਰੋਜ਼ ਹੀ ਯੁੱਧ ਜੰਗ ਕਰਨ ਦਾ ਅਭਿਆਸ ਕਰਾਉਂਦੇ ਰਹਿੰਦੇ। ਜਦ ਇਸ ਤਰ੍ਹਾਂ ਦੀ ਫੌਜੀ ਢੰਗ ਦਾ ਕੁਝ ਸਮਾਨ ਤੇ ਜਵਾਨ ਇਕੱਠੇ ਹੋ ਗਏ ਤਾਂ ਫਿਰ ਸਤਿਗੁਰੂ ਜੀ ਨੇ ਵਿਚਾਰਿਆ ਕਿ ਇੱਕ ਦਲ ਵਿੱਚ ਇੱਕ ਦਮਾਮਾ ਧੌਂਸਾ ਵੀ ਹੋਣਾ ਚਾਹੀਦਾ ਹੈ, ਭਾਵ ਕਿ ਨਗਾਰਾ। ਇੱਕ ਨਗਾਰਾ ਵੀ ਹੋਣਾ ਚਾਹੀਦਾ। ਇਹ ਗੁਰੂ ਘਰ ਦੀ ਮਰਜ਼ਾਦਾ ਨਗਾਰੇ ਦੀ। ਸ਼ਾਸਤਰ, ਚੱਕਰ, ਤੀਰ, ਨਗਾਰਾ, ਹੋਰ ਅਨੇਕਾਂ ਵਸਤੂਆਂ ਇਹ ਗੁਰਮੁਖ ਪਿਆਰਿਓ ਗੁਰੂ ਘਰ ਦੇ ਵਿੱਚ ਹੋਣੀਆਂ ਲਾਜ਼ਮੀ ਨੇ, ਜ਼ਰੂਰੀ ਨੇ। ਜੋ ਗੁਰੂ ਦੀ ਮਰਜ਼ਾਦਾ, ਪ੍ਰਾਤਨ ਮਰਜ਼ਾਦਾ, ਜਿਸ ਦੇ ਵੱਜਣ ਨਾਲ ਆਪੋ ਆਪਣੇ ਡੇਰਿਆਂ ਵਿੱਚ ਬੈਠੇ ਜਵਾਨਾਂ ਨੂੰ ਕਿਸੇ ਤਿਆਰੀ ਅਥਵਾ ਲਾਚਾਰੀ ਦੀ ਸੂਚਨਾ ਦਿੱਤੀ ਜਾ ਸਕੇ। ਇਸ ਵਿਚਾਰ ਅਨੁਸਾਰ ਭਾਈ ਨੰਦ ਚੰਦ ਨੂੰ ਹੁਕਮ ਕਰ ਦਿੱਤਾ। ਭਾਈ ਜੀ ਨੇ ਬਹੁਤ ਸਾਰਾ ਲੋਹਾ ਖਰੀਦ ਕੇ ਉਹਦਾ ਦਮਾਮਾ ਤਿਆਰ ਕਰਨ ਵਾਸਤੇ ਕਈ ਕਾਰੀਗਰ ਲਗਾ ਦਿੱਤੇ। ਕਾਰੀਗਰਾਂ ਨੇ ਥੋੜੇ ਦਿਨਾਂ ਵਿੱਚ ਹੀ ਜਦ ਦਮਾਮੇ ਦੇ ਦੋਵੇਂ ਦੌਰ ਤਿਆਰ ਕਰ ਲਏ
ਤਾਂ ਉਸ ਨੂੰ ਖੱਲ ਨਾਲ ਮੜਾ ਕੇ ਸਤਿਗੁਰੂ ਜੀ ਦੇ ਹਾਜ਼ਰ ਕੀਤਾ, ਜਿਸ ਨੂੰ ਵੇਖ ਕੇ ਆਪ ਜੀ ਨੇ ਖੁਸ਼ ਹੋ ਕੇ ਕਾਰੀਗਰਾਂ ਨੂੰ ਬਹੁਤ ਬਖਸ਼ਿਸ਼ ਕੀਤੀ। ਨਗਾਰਾ ਤਿਆਰ ਹੋਇਆ, ਵੇਖ ਕੇ ਮਸੰਦ ਆਪਸ ਦੇ ਵਿੱਚ ਗੱਲਾਂ ਕਰਨ ਲੱਗੇ ਕਿ ਇਹ ਗੱਲ ਠੀਕ ਨਹੀਂ ਹੋ ਰਹੀ। ਹੁਣ ਕਿਉਂਕਿ ਉਹਨਾਂ ਨੂੰ ਕਿਹੜਾ ਗਿਆਨ ਸੀ ਵਿਚਾਰਿਆਂ ਨੂੰ, ਜਿਹੜੇ ਗੱਲਾਂ ਕਰਦੇ ਸੀ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਗਿਆਨ ਨਹੀਂ ਸੀ, ਪਤਾ ਨਹੀਂ ਸੀ ਵੀ ਸਤਿਗੁਰੂ ਦੀ ਕੀ ਰਮਜ ਹੈ। ਪਰ ਆਪਸ ਦੇ ਵਿੱਚ ਗੱਲਾਂ ਬਾਤਾਂ ਕਰਨ ਲੱਗੇ, ਕਹਿੰਦੇ ਇਹ ਗੱਲ ਠੀਕ ਨਹੀਂ ਹੈ। ਪਹਿਲਾਂ ਤਾਂ ਇਹ ਰਾਤ ਦਿਨ ਸੈਨਾ ਇਕੱਠੀ ਕਰਦੇ ਤੇ ਸਾਤਰ ਘੋੜੇ ਬੜੇ ਪ੍ਰੇਮ ਨਾਲ ਰੱਖਦੇ ਰਹੇ ਹਨ। ਹੁਣ ਇਹਨਾਂ ਨੇ ਇਹ ਵੱਡਾ ਸਾਰਾ ਨਗਾਰਾ ਵੀ ਤਿਆਰ ਕਰਵਾ ਲਿਆ। ਜਦ ਇਸ ਨੂੰ ਵਜਾਉਣਗੇ ਤਾਂ ਕਹਿਲੂਰ ਦਾ ਰਾਜਾ ਭੀਮ ਚੰਦ ਵੀ ਇਸ ਨੂੰ ਸੁਣ ਲਵੇਗਾ। ਉਹ ਦੇਸ਼ ਦਾ ਰਾਜਾ ਹੈ, ਉਸ ਪਾਸ ਬੜੀ ਤਕੜੀ ਫੌਜ, ਬਿਲਾਸਪੁਰ ਉਸ ਦੀ ਰਾਜਧਾਨੀ ਹੈ। ਐਸਾ ਨਾ ਹੋਵੇ ਕਿ ਉਹ ਨਗਾਰਾ ਵੱਜਣਾ ਸੁਣ ਕੇ ਕੋਈ ਬਖੇੜਾ, ਕੋਈ ਝਗੜਾ ਖੜਾ ਕਰ ਦੇਵੇ। ਇਸ ਤਰ੍ਹਾਂ ਨਾਲ ਬੜੇ ਉਤਪਾਤ, ਝਗੜਾ ਉੱਠ ਖੜਾ ਹੋਵੇਗਾ ਤੇ ਸਾਡੀ ਸਾਰੀ ਸ਼ਾਂਤੀ ਸੁੱਖ ਨਾਲ ਰਹਿਣ ਦੀ ਨੀਤੀ ਵਿਗੜ ਜਾਏਗੀ। ਇੱਥੇ ਸਾਡਾ ਬਸਣਾ ਔਖਾ ਹੋ ਜਾਏਗਾ। ਜਿਸ ਰਾਜੇ ਭੀਮ ਚੰਦ ਦਾ ਇਹ ਰਾਜ ਹੈ, ਉਹ ਸਾਨੂੰ ਆਪਣੇ ਰਾਜ ਵਿੱਚੋਂ ਕੱਢ ਦੇਵੇਗਾ। ਇਹ ਜਿਹੜਾ ਆਨੰਦਪੁਰ ਸਾਹਿਬ ਆ, ਇਹ ਗੁਰਮੁਖ ਪਿਆਰਿਓ ਭੀਮ ਚੰਦ ਦੇ ਰਾਜ ਦੇ ਵਿੱਚ ਆਉਂਦਾ ਹੁੰਦਾ ਸੀ। ਇਹ ਪਿੰਡ ਜਿਵੇਂ MLA ਹੁੰਦੇ ਨੇ ਵੀ ਇੰਨੇ ਪਿੰਡਾਂ ਦਾ MLA ਆ ਸ਼ਹਿਰ ਦਾ, ਆ ਇਲਾਕੇ ਦਾ, ਇਸੇ ਤਰ੍ਹਾਂ ਇਹ ਰਾਜੇ ਹੁੰਦੇ ਸੀ, ਇਹਨਾਂ ਦੇ ਇਲਾਕੇ ਹੁੰਦੇ ਸੀ। ਇਹ ਭੀਮ ਚੰਦ ਸੀ ਜਿਹੜਾ ਆਨੰਦਪੁਰ ਸਾਹਿਬ ਸੀ, ਇਹ ਇਲਾਕੇ ਦੇ ਵਿੱਚ ਆਉਂਦਾ ਸੀ ਇਹਨਾਂ ਦੇ। ਜੇ ਉਸ ਨਾਲ ਜੰਗ ਕਰਾਂਗੇ, ਜੰਗ ਕਰਨ ਵਾਸਤੇ ਬਹੁਤ ਧਨ ਦੀ ਲੋੜ ਹੁੰਦੀ ਆ। ਧਨ ਇਕੱਠਾ ਕਰਨ ਦੀ ਬਿਪਤਾ ਸਾਡੇ ਮਸੰਦਾਂ ਦੇ ਸਿਰ ਆ ਜਾਵੇਗੀ। ਗੁਰੂ ਜੀ ਹਜੇ 9 ਸਾਲ ਦੀ ਉਮਰ ਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜਿਹੜੀ ਉਮਰ ਆ, ਹਜੇ ਉਹ 9 ਸਾਲ ਦੀ ਹੈ, ਛੋਟੀ ਉਮਰ ਆ। ਇਹਨਾਂ ਨੂੰ ਹਜੇ ਪਤਾ ਨਹੀਂ, ਬਾਲਕ ਨੇ, ਮਸੰਦ ਕਹਿੰਦੇ। ਉਮਰ ਹਜੇ 9 ਸਾਲ ਦੀ ਹੈ। ਜਦੋਂ ਨਗਾਰਾ ਵਜਾਉਣਗੇ ਤਾਂ ਰਾਜਿਆਂ ਦੇ ਨਾਲ ਸਾਡੀ ਵਿਗੜ ਜਾਏਗੀ। ਇਹਨਾਂ ਨੂੰ ਪਤਾ ਨਹੀਂ ਗੁਰੂ ਜੀ ਅਜੇ 9 ਸਾਲ ਦੀ ਉਮਰ ਦੇ ਬਾਲਕ ਹਨ। ਉਹ ਆਪਣੇ ਮਨ ਭਾਉਂਦੀਆਂ ਗੱਲਾਂ ਬਿਨਾਂ ਉਹਨਾਂ ਦਾ ਫਲ ਸੋਚੇ ਸਮਝੇ ਹੀ ਕਰੀ ਜਾਂਦੇ ਨੇ। ਉਹਨਾਂ ਨੂੰ ਗਿਆਨ ਹੀ ਨਹੀਂ ਹੈ, ਵਿਚਾਰਿਆਂ ਨੂੰ ਪਤਾ ਨਹੀਂ ਹੈ ਵੀ ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪਣੀਆਂ ਸ਼ਕਤੀਆਂ ਦੇ ਕੇ ਭੇਜੇ ਨੇ। ਇਹ ਇਹਨਾਂ ਨੂੰ ਗਿਆਨ ਹੀ ਨਹੀਂ ਹੈ, ਪਤਾ ਨਹੀਂ ਹੈ। ਗੁਰੂ ਤੇ ਵੀ ਸ਼ੰਕਾ ਕਰੀ ਜਾਂਦੇ ਨੇ। ਇਹ ਸੋਚ ਕੇ ਮਸੰਦਾਂ ਨੇ ਮਾਤਾ ਜੀ ਪਾਸ ਜਾ ਕੇ ਉਹਨਾਂ ਨੂੰ ਡਰ ਵਾਲੀ ਗੱਲ ਦੱਸੀ, ਬੇਨਤੀ ਕੀਤੀ ਕਿ ਇੱਕ ਤਾਂ ਗੁਰੂ ਜੀ ਬਹੁਤ ਫੌਜ ਇਕੱਠੀ ਕਰ ਲਈ ਹੈ, ਉਹਨਾਂ ਨੂੰ ਰੋਟੀ ਕੱਪੜਾ ਤਨਖਾਹ ਮਿਲਦੀ ਹੈ, ਦੂਜਾ ਦੇਗ ਦਾ ਬਹੁਤ ਖਰਚ ਹੈ। ਹੁਣ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਨੰਦਪੁਰ ਸਾਹਿਬ ਦੇ ਵਿੱਚ ਸਿੰਘ, ਹੁਣ ਜਿੰਨੀ
ਸਿੰਘ ਸੰਗਤਾਂ ਇਕੱਠੀਆਂ ਉਨੀ ਫਿਰ ਜਿਹੜੀ ਦੇਗ ਤਿਆਰ ਕੀਤੀ ਜਾਂਦੀ ਸੀ ਉਹ ਬਹੁਤ ਖੁੱਲੀ ਦੇਗ, ਕੜਾਹਿਆਂ ਦੇ ਵਿੱਚ ਦੇਗ ਤਿਆਰ ਕੀਤੀ ਜਾਂਦੀ ਸੀ। ਮਾਤਾ ਗੁਜਰ ਕੌਰ ਜੀ ਨੂੰ ਕਹਿੰਦੇ ਦੇਗ ਦਾ ਬਹੁਤ ਖਰਚਾ ਹੈ, ਇਤਨਾ ਖਰਚ ਤਾਂ ਉਹੀ ਪੂਰਾ ਕਰ ਸਕਦਾ ਜਿਸ ਪਾਸ ਦੇਸ਼ ਦਾ ਰਾਜ ਹੋਵੇ, ਜਿਹੜਾ ਦੇਸ਼ ਦਾ ਰਾਜਾ ਹੋਵੇ ਉਹੀ ਪੂਰਾ ਕਰ ਸਕਦਾ। ਇੱਥੇ ਤਾਂ ਸਿੱਖ ਸੰਗਤ ਜਥਾ ਸਖਤ ਭੇਟਾ ਲੈ ਕੇ ਆਉਂਦੀ ਹੈ, ਥੋੜੀ ਥੋੜੀ ਭੇਟਾ ਲੈ ਕੇ ਆਉਂਦੇ ਨੇ, ਇਹਨਾਂ ਨਾਲ ਕੀ ਬਣਨਾ। ਖਰਚਾ ਆਨੰਦਪੁਰ ਸਾਹਿਬ ਦੇ ਵਿੱਚ ਬੜਾ ਹੈ, ਬੜੇ ਸਿੰਘ ਨੇ, ਬੜੇ ਹੋਰ ਖਰਚੇ ਨੇ। ਮਸੰਦ ਕਹਿੰਦੇ ਜਿਹੜੀ ਸੰਗਤ ਆਉਂਦੀ ਆ ਉਹ ਜਿਹੜੀ ਭੇਟਾ ਲੈ ਕੇ ਆਉਂਦੀ ਉਹ ਬੜੀ ਥੋੜੀ, ਉਹਨਾਂ ਨਾਲ ਕੀ ਬਣਨਾ। ਕਹਿੰਦੇ ਖਰਚੇ ਜ਼ਿਆਦੇ ਨੇ, ਜਿਹੜੀ ਭੇਟਾ ਲੈ ਕੇ ਆਉਂਦੀਆਂ ਨੇ ਸੰਗਤਾਂ ਉਹ ਥੋੜੀ ਆ। ਤਾਂ ਨਿਰਵਾਹ ਮਸਾਂ ਹੀ ਹੁੰਦਾ। ਕਹਿੰਦੇ ਕਿਸੇ ਪਾਸੋਂ ਹੁਕਮ ਕਰਕੇ ਨਹੀਂ ਲਿਆ ਸਕਦਾ ਜਿਸ ਨਾਲ ਸੈਨਾ ਦਾ ਖਰਚ ਚਲਾਇਆ ਜਾਵੇ। ਹੁਣ ਇੱਕ ਨਗਾਰਾ ਬਣਾ ਲਿਆ ਹੈ ਜਿਸ ਨਾਲ ਵੱਡੇ ਵੱਡੇ ਝਗੜੇ ਉੱਠ ਖੜੇ ਹੋਣ ਦਾ ਡਰ ਹੈ। ਜਦੋਂ ਇਸ ਨੂੰ ਵਜਾਉਣਗੇ ਤਾਂ ਇਸ ਇਲਾਕੇ ਦਾ ਰਾਜਾ ਭੀਮ ਚੰਦ ਉਸ ਨੂੰ ਸੁਣ ਕੇ ਸਹਾਰ ਨਹੀਂ ਸਕੇਗਾ। ਆਪਣੇ ਰਾਜ ਵਿੱਚ ਦੂਸਰਾ ਨਗਾਰਾ ਕੌਣ ਵਜਾ ਸਕਦਾ ਹੈ। ਸਾਨੂੰ ਡਰ ਹੈ ਕਿਤੇ ਆਨੰਦਪੁਰ ਸਾਹਿਬ ਹੀ ਨਾ ਛੱਡਣਾ ਪਵੇ। ਇਸ ਕਰਕੇ ਤੁਸੀਂ ਸਤਿਗੁਰੂ ਜੀ ਨੂੰ ਸਮਝਾਓ ਕਿ ਨਗਾਰਾ ਨਾ ਵਜਾਣ। ਅੱਗੇ ਵੇਖੋ ਜਿਵੇਂ ਗੁਰੂ ਜੀ ਨੇ ਯੁੱਧ ਜੰਗ ਕੀਤੇ ਤਾਂ ਉਹਨਾਂ ਨੂੰ ਅੰਮ੍ਰਿਤਸਰ ਛੱਡ ਕੇ ਅਨੇਕ ਪ੍ਰਕਾਰ ਦੇ ਸੰਕਟ ਝੱਲਣੇ ਪਏ। ਇਹਨਾਂ ਨੂੰ ਕੋਈ ਬਖੇੜਾ ਖੜਾ ਕਰਨਾ ਨਹੀਂ ਚਾਹੀਦਾ। ਫੌਜ ਰੱਖ ਲਈ, ਚਲੋ ਕੋਈ ਨਹੀਂ, ਔਖੇ ਸੌਖੇ ਖਰਚਾ ਚੱਲੇਗਾ। ਪਰ ਜਿਹੜਾ ਹੁਣ ਨਗਾਰਾ ਵੱਜੇਗਾ ਨਾ, ਇਹ ਨਗਾਰਾ ਵੀ ਐਸਾ ਜਦੋਂ ਵੱਜਦਾ ਤਾਂ ਦਿਲ ਧੜਕਣ ਲੱਗ ਜਾਂਦੇ ਨੇ, ਐਸਾ ਨਗਾਰਾ ਹੈ। ਮਸੰਦਾਂ ਦੇ ਪਾਸੋਂ ਇਹ ਗੱਲਾਂ ਸੁਣ ਕੇ ਮਾਤਾ ਜੀ ਨੇ ਮਨ ਵਿੱਚ ਬਹੁਤ ਚਿੰਤਾ ਕੀਤੀ ਅਤੇ ਸਤਿਗੁਰੂ ਜੀ ਨੂੰ ਸੱਦ ਕੇ ਸਮਝਾਇਆ, ਬੇਟਾ ਐਸਾ ਕੰਮ ਕੋਈ ਨਾ ਕਰੋ ਜਿਸ ਨਾਲ ਪਹਾੜੀ ਰਾਜਿਆਂ ਨਾਲ ਕੋਈ ਝਗੜਾ ਛਿੜ ਪਵੇ। ਐਸਾ ਕੰਮ ਕੋਈ ਨਾ ਕਰੋ ਜਿਸ ਨਾਲ ਪਹਾੜੀ ਰਾਜਿਆਂ ਨਾਲ ਕੋਈ ਝਗੜਾ ਛਿੜ ਪਏ। ਜੇ ਤੁਸੀਂ ਸੈਨਾ ਰੱਖ ਲਈ ਹੈ ਤਾਂ ਕੋਈ ਗੱਲ ਨਹੀਂ, ਉਸ ਨਾਲ ਆਪਣੀ ਮੌਜ ਅਨੁਸਾਰ ਸ਼ਿਕਾਰ ਖੇਡੋ, ਹੱਸੋ ਖੇਡੋ ਤੇ ਦਿਲ ਪਹਿਰਚਾਵਾ ਕਰੀ ਰੱਖੋ। ਤੁਸੀਂ ਸਾਰਿਆਂ ਦੇ ਪੂਜਨ ਯੋਗ ਹੋ। ਚੌਹਾਂ ਦਿਸ਼ਾਂ ਵਿੱਚ ਤੁਹਾਡੀ ਸਿੱਖੀ ਸੇਵਕੀ ਆ, ਤੁਹਾਡੀ ਸੰਗਤ ਆ ਚਾਰੇ ਪਾਸੇ, ਜਿੱਥੇ ਮਰਜੀ ਆਵੋ ਜਾਓ। ਪਰ ਹੁਣ ਸੁਣਿਆ ਹੈ ਕਿ ਤੁਸੀਂ ਇੱਕ ਨਗਾਰਾ ਬਣਵਾਇਆ ਹੈ ਤੇ ਉਸ ਨੂੰ ਤੁਸੀਂ ਸੈਨਾ ਵਿੱਚ ਵਜਾਉਣਾ ਚਾਹੁੰਦੇ ਹੋ। ਬੇਟਾ ਜੀ, ਇਸ ਤਰ੍ਹਾਂ ਤੁਹਾਡੇ ਕੰਨ ਨਾਲ ਅਚਾਨਕ ਹੀ ਕੋਈ ਨਾ ਕੋਈ ਬਖੇੜਾ ਉੱਠ ਖੜਾ ਹੋਏਗਾ, ਕੋਈ ਨਾ ਕੋਈ ਨਵਾਂ ਕੰਮ ਹੋ ਜਾਏਗਾ, ਝਗੜਾ ਹੋ ਜਾਏਗਾ। ਇਹ ਕੰਮ ਤੁਸੀਂ ਮੂਲੋਂ ਨਾ ਕਰੋ, ਆਰਾਮ ਨਾਲ ਆਪਣੀ ਪੁਰੀ ਵਿੱਚ ਵਸੋ ਤੇ ਸੁਖ ਮਾਣੋ। ਆਨੰਦਪੁਰੀ ਦੇ ਵਿੱਚ ਵਸੋ ਤੇ ਸੁਖ ਮਾਣੋ, ਨਗਾਰਾ ਨਾ ਵਜਾਇਓ। ਕਿਉਂਕਿ ਮਾਤਾ ਗੁਜਰ ਕੌਰ ਜੀ ਨੂੰ ਜਿਹੜੇ ਮਸੰਦ ਸੀ ਉਹਨਾਂ ਨੇ ਡਰਾ ਦਿੱਤਾ। ਕਹਿੰਦੇ ਤੁਸੀਂ ਆਨੰਦ ਦੇ ਨਾਲ ਰਹੋ, ਸੁੱਖ ਨਾਲ ਰਹੋ, ਨਗਾਰਾ ਨਾ ਵਜਾਓ। ਤੁਹਾਡੇ ਬਾਬਾ ਜੀ ਨੇ ਜਦ ਜੰਗ ਮਚਾਏ ਸਨ ਤਾਂ ਉਹਨਾਂ ਨੂੰ ਅੰਮ੍ਰਿਤਸਰ ਸਾਹਿਬ ਛੱਡਣਾ ਪਿਆ।
ਅਤੇ ਕਈ ਤਰ੍ਹਾਂ ਦੇ ਕਸ਼ਟ ਉਠਾਣੇ ਪਏ। ਰਾਜਾ ਭੀਮ ਚੰਦ ਜਿਸ ਦੇ ਰਾਜ ਵਿੱਚ ਅਸੀਂ ਰਹਿੰਦੇ ਹਾਂ, ਉਹ ਤੁਹਾਡਾ ਨਗਾਰਾ ਵੱਜਦਾ ਸਹਾਰ ਨਹੀਂ ਸਕੇਗਾ। ਤੁਸੀਂ ਆਪਣੇ ਘਰ ਬੇਸ਼ੱਕ ਨੌਬਤ ਵਜਾਵੋ, ਪਰੰਤੂ ਸ਼ਿਕਾਰ ਜਦੋਂ ਖੇਡਣ ਜਾਓ ਉਦੋਂ ਨਗਾਰਾ ਨਾ ਵਜਾਇਓ। ਅਨੰਦਪੁਰ ਸਾਹਿਬ ਦੇ ਵਿੱਚ ਵਜਾ ਲਓ, ਪਰ ਜਦੋਂ ਤੁਸੀਂ ਸ਼ਿਕਾਰ ਖੇਡਣ ਜਾਓ, ਰਾਜੇ ਕਣੀ ਜਾਓ, ਉਦੋਂ ਇਹ ਨਗਾਰਾ ਨਾ ਵਜਾਇਓ। ਦੇਸ਼ ਦੇ ਰਾਜਿਆਂ ਨਾਲ ਸਾਡੀ ਗੱਲ ਨਹੀਂ ਪੁੱਜ ਸਕਦੀ, ਲੜਨ ਭਿੜਨ ਵਿੱਚ ਕੋਈ ਸੁੱਖ ਨਹੀਂ ਹੁੰਦਾ। ਮਾਤਾ ਜੀ ਪਾਸੋਂ ਇਹ ਸਭ ਸੁਣ ਕੇ ਸਤਿਗੁਰੂ ਜੀ ਨੇ ਕਿਹਾ, ਮਾਤਾ ਜੀ ਸਾਨੂੰ ਕਿਸੇ ਦਾ ਡਰ ਨਹੀਂ ਹੈ। ਅਸੀਂ ਜੰਗਲ ਵਿੱਚ ਸ਼ਿਕਾਰ ਖੇਡਾਂਗੇ ਤੇ ਆਪਣਾ ਨਗਾਰਾ ਜ਼ਰੂਰ ਵਜਾਵਾਂਗੇ। ਜਦ ਅਸੀਂ ਕਿਸੇ ਦਾ ਰਾਜ ਭਾਗ ਨਹੀਂ ਲੈਣਾ, ਫਿਰ ਸਾਡੇ ਨਾਲ ਕੋਈ ਝਗੜਾ ਕਿਉਂ ਕਰੇਗਾ। ਪਰੰਤੂ ਜੇਕਰ ਕੋਈ ਬਿਨਾਂ ਕਾਰਨ ਹੀ ਸਾਡੇ ਨਾਲ ਟੱਕਰ ਲਵੇਗਾ, ਤਾਂ ਫਿਰ ਅਸੀਂ ਆਪਣੇ ਬਚਾਓ ਵਾਸਤੇ ਜੋ ਹੋ ਸਕੇਗਾ ਤੇ ਕਰਾਂਗੇ। ਗੁਰੂ ਗੋਬਿੰਦ ਸਿੰਘ ਜੀ ਆਪਣੇ ਮਾਤਾ ਗੁਜਰ ਕੌਰ ਜੀ ਨੂੰ ਕਹਿੰਦੇ, ਜੇ ਕੋਈ ਟੱਕਰ ਲਏਗਾ ਤਾਂ ਆਪਣੇ ਬਚਾਓ ਵਾਸਤੇ ਜ਼ਰੂਰ ਮੁਕਾਬਲਾ ਕਰਾਂਗੇ। ਤੁਸੀਂ ਮੈਨੂੰ ਰੋਜ਼ ਭੀਮ ਚੰਦ ਦਾ ਨਾਮ ਲੈ ਕੇ ਬੱਚਿਆਂ ਵਾਂਗੂ ਡਰਾਉਂਦੇ ਹੋ, ਪਰੰਤੂ ਅਸੀਂ ਉਸ ਨਾਲ ਵਿਰੋਧ ਨਹੀਂ ਕਰਾਂਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ, ਅਸੀਂ ਉਸ ਨਾਲ ਵਿਰੋਧ ਨਹੀਂ ਕਰਾਂਗੇ, ਪਰ ਜੇ ਕੋਈ ਲੜਾਈ ਕਰੇਗਾ ਤਾਂ ਅਸੀਂ ਲੜਾਂਗੇ। ਜੇ ਕੋਈ ਮੇਲ ਮਿਲਾਪ ਰੱਖੇਗਾ ਤਾਂ ਅਸੀਂ ਉਸ ਨਾਲ ਮੇਲ ਮਿਲਾਪ ਰੱਖਾਂਗੇ। ਮਾਤਾ ਜੀ ਅਸੀਂ ਕਿੰਨਾ ਕੁ ਚਿਰ ਛੁਪ ਕੇ ਰਹਾਂਗੇ, ਕਦੋਂ ਤੱਕ ਨਗਾਰਾ ਨਹੀਂ ਵਜਾਵਾਂਗੇ। ਸਾਨੂੰ ਪ੍ਰਗਟ ਹੋ ਕੇ ਸਭ ਕੁਝ ਕਰਨਾ ਪਵੇਗਾ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ, ਸਾਨੂੰ ਪ੍ਰਗਟ ਹੋ ਕੇ ਸਭ ਕੁਝ ਕਰਨਾ ਪਵੇਗਾ। ਆਪ ਜੀ ਮਾਤਾ ਜੀ ਨੂੰ ਇਹ ਬਚਨ ਆਖ ਕੇ ਉੱਠ ਕੇ ਬਾਹਰ ਦੀਵਾਨ ਵਿੱਚ ਆ ਗਏ। ਆਉਂਦਿਆਂ ਹੀ ਆਪ ਜੀ ਨੇ ਗਰਜ ਕੇ ਮਸੰਦਾਂ ਨੂੰ ਆਖਿਆ ਕਿ ਨਗਾਰਾ ਤਿਆਰ ਕਰਕੇ ਉਸ ਨੂੰ ਚੰਗੀ ਤਰ੍ਹਾਂ ਕਸ ਕੇ ਜ਼ੋਰ ਦੀ ਵਜਾਓ। ਮਹਾਰਾਜ ਜੀ ਕਹਿੰਦੇ ਵਜਾਓ ਜ਼ੋਰ ਦੀ, ਗੱਜ ਕਹਿਣ। ਇਹ ਗਰਜਨ ਸੁਣ ਕੇ ਮਾਮਾ ਕਿਰਪਾਲ ਚੰਦ ਸੀ ਕਰ ਹੀ ਉੱਠ ਕੇ ਆਪ ਜੀ ਦੇ ਪਾਸ ਆ ਗਿਆ। ਮਾਮਾ ਕਿਰਪਾਲ ਚੰਦ ਉੱਠ ਕੇ ਆਪ ਜੀ ਦੇ ਪਾਸ ਆ ਗਿਆ ਅਤੇ ਫਿਰ ਉਹੀ ਗੱਲ ਆਖੀ ਜਿਸ ਸਾਨੂੰ ਹਕੂਮਤ ਨਾਲ ਮੱਥਾ ਨਹੀਂ ਲਾਣਾ ਚਾਹੀਦਾ। ਮਾਮਾ ਕਿਰਪਾਲ ਚੰਦ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕਹਿਣ ਲੱਗੇ, ਕਹਿੰਦੇ ਸਾਨੂੰ ਹਕੂਮਤ ਦੇ ਨਾਲ ਮੱਥਾ ਨਹੀਂ ਲਾਣਾ ਚਾਹੀਦਾ। ਉਹ ਰਾਜਾ ਭੀਮ ਚੰਦ, ਉਹਦੇ ਰਾਜ ਦੇ ਵਿੱਚ ਆਪਾਂ ਰਹਿੰਦੇ ਆ, ਉਹਦੇ ਨਾਲ ਆਪਾਂ ਨੂੰ ਮੱਥਾ ਨਹੀਂ ਲਾਣਾ ਚਾਹੀਦਾ। ਉਹਨਾਂ ਪਾਸ ਸਿੱਖੀ ਸੇਵਕੀ ਤੋਂ ਬਿਨਾ ਜੰਗਾਂ ਯੁੱਧਾਂ ਵਾਸਤੇ ਕੋਈ ਸਮਾਨ ਨਹੀਂ। ਸਾਨੂੰ ਸ਼ਾਂਤੀ ਨਾਲ ਰਹਿ ਕੇ ਚੰਗਾ ਮੰਦਾ ਸਮਾਂ ਵੇਖਣਾ ਚਾਹੀਦਾ ਹੈ। ਪਰੰਤੂ ਸਤਿਗੁਰੂ ਜੀ ਨੇ ਮਾਮਾ ਕਿਰਪਾਲ ਚੰਦ ਨੂੰ ਵੀ ਉਹੀ ਉੱਤਰ ਦਿੱਤਾ। ਮਹਾਰਾਜ ਜੀ ਕਹਿੰਦੇ, ਮਾਮਾ ਜੀ ਅਸੀਂ ਕਿੰਨਾ ਕੁ ਚਿਰ ਸੰਸਾਰ ਵਿੱਚ ਲੁਕ ਛੁਪ ਕੇ ਰਹਾਂਗੇ। ਜੋ ਸਾਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਡਿਊਟੀ ਲਾਈ ਆ, ਜੋ ਪਰਮੇਸ਼ਰ ਕਰਵਾਏਗਾ ਸਾਤੋਂ ਉਹੀ ਅਸੀਂ ਕਰਾਂਗੇ। ਅਸੀਂ ਲੁਕੇ ਨਹੀਂ ਰਹਿਣਾ। ਜੋ ਸਤਿਗੁਰੂ ਨੇ ਸਾਨੂੰ ਕਾਰਜਾਂ ਲਈ ਭੇਜਿਆ ਸੰਸਾਰ 'ਚ, ਉਹ ਕਾਰਜ ਅਸੀਂ ਕਰਕੇ ਵਿਖਾਣੇ ਨੇ।
ਜੋ ਹੁਕਮ ਕਾਲ ਪੁਰਖ ਕਰੇਗਾ ਉਹੀ ਹੋਏਗਾ, ਉਸ ਤੋਂ ਇਲਾਵਾ ਹੋਰ ਨਹੀਂ ਕੁਝ ਹੋਏਗਾ। ਤਾਂ ਗੁਰਮੁਖ ਪਿਆਰਿਓ, ਇਹ ਉੱਤਰ ਦਿੱਤਾ ਮਾਮਾ ਕਿਰਪਾਲ ਚੰਦ ਨੂੰ। ਗੁਰੂ ਜੀ ਦਾ ਤੇਜ ਪ੍ਰਤਾਪ 7 ਸਮੁੰਦਰਾਂ ਤੱਕ ਜਾਣਾ ਹੈ। ਪਹਾੜੀ ਰਾਜਿਆਂ ਤੋਂ ਉਹ ਰੁਕ ਨਹੀਂ ਸਕੇਗਾ। ਗੁਰੂ ਘਰ ਕਿਸੇ ਨਾਲ ਬੈਰ ਨਹੀਂ, ਵਿਰੋਧ ਨਹੀਂ ਕਰਦਾ। ਦੇਸਾਂ ਵਿਦੇਸਾਂ ਤੋਂ ਸਿੱਖ ਚਲੇ ਆਏ ਤੇ ਸੰਗਤਾਂ ਚੱਲ ਕੇ ਆ ਰਹੇ ਹਨ। ਮਸੰਦ ਜੋ ਪਾਸ ਸਾਰੀ ਗੱਲ ਸੁਣ ਕੇ, ਔਰ ਮਸੰਦ ਜੋ ਪਾਸ ਬੈਠੇ ਸਾਰੀ ਗੱਲ ਸੁਣ ਰਹੇ ਸਨ, ਉਹਨਾਂ ਨੇ ਕਿਹਾ, ਮਹਾਰਾਜ ਜੀ, ਦੁਸ਼ਮਣ ਤੇ ਆਪਣੇ ਬਲ ਤੇ ਧਨ ਨੂੰ ਵਿਚਾਰ ਲਵੋ। ਦੁਸ਼ਮਣ ਤੇ ਧਨ ਨੂੰ ਵਿਚਾਰ ਲਵੋ। ਤੁਸੀਂ ਜਗਤ ਦੇ ਪੂਜ ਸ਼ਾਂਤ ਸਰੂਪ ਹੋ। ਉਹ ਦੇਸ਼ ਦੇ ਰਾਜੇ ਨੇ, ਉਹ ਦੇਸ਼ ਦੇ ਰਾਜੇ ਸਲ ਬਲ ਕਰਨ ਵਾਲੇ ਹਨ। ਫਿਰ ਦੇਸ਼ ਵਿੱਚ ਤੁਰਕਾਂ ਦਾ ਬੜਾ ਜ਼ੋਰ ਹੈ। ਮਸੰਦ ਦੀ ਗੱਲ ਟੁੱਕ ਕੇ ਸੰਗੋ ਸਾਹ ਬੀਬੀ ਬੀਰੋ ਦਾ ਪੁੱਤਰ ਬੋਲਿਆ, ਓਏ ਸਾਡਾ ਨਾਨਾ ਜੀ ਜੰਗ ਕਰਕੇ ਤੁਰਕਾਂ ਦੇ ਸੱਕੇ ਛੁਡਾ ਦਿੱਤੇ। ਇਹ ਉਹਨਾਂ ਦੇ ਪੋਤਰੇ ਸਰਬ ਕਲਾ ਸਮਰੱਥ ਨੇ। ਸੰਗੋ ਸਾਹ ਨੇ ਮਾਮਾ ਕਿਰਪਾਲ ਚੰਦ ਨੂੰ ਕਹੇ, ਉਹਨਾਂ ਦੇ ਪੋਤਰੇ ਨੇ ਇਹ। ਤੁਸੀਂ ਇਹਨਾਂ ਨੂੰ ਇਉਂ ਰੋਕਦੇ ਹੋ। ਸੰਗੋ ਸਾਹ ਦੀ ਇਹ ਵੀਰ ਰਸ ਵਾਲੀ ਗੱਲ ਸੁਣ ਕੇ ਸਤਿਗੁਰੂ ਜੀ ਬੜੇ ਖੁਸ਼ ਹੋਏ। ਕਹਿੰਦੇ ਜਿਹੜੇ ਇਹਨਾਂ ਦੇ ਦਾਦਾ ਜੀ ਸਨ, 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਾਦਾ ਜੀ ਸਨ। ਕਹਿੰਦੇ ਉਹ ਬੜੇ ਯੋਧੇ ਸਨ, ਬੜੇ ਬਲੀ ਸਨ, ਬੜੇ ਮੁਗਲਾਂ ਦੇ ਛੱਕੇ ਛਡਾਏ, ਬੜੇ ਆਹੂ ਲਾਹੇ। ਇਹ ਉਹਨਾਂ ਦੇ ਪੋਤਰੇ ਨੇ, ਉਹਨਾਂ ਦਾ ਖੂਨ ਆ। ਜਦੋਂ ਇਹ ਗੱਲ ਕਹੀ ਤਾਂ ਸਤਿਗੁਰੂ ਜੀ ਬੜੇ ਖੁਸ਼ ਹੋਏ ਅਤੇ ਕਿਹਾ, ਮਾਮਾ ਜੀ, ਅਸੀਂ ਆਪਣੇ ਪਿੰਡ ਵਿੱਚ ਜਾਂ ਬਾਹਰ ਜੋ ਦਿਲ ਆਵੇ ਕਰਾਂਗੇ। ਪਹਾੜੀਏ ਜੇ ਆਪਣਾ ਬਲ ਵਿਖਾਉਣਗੇ ਨਾ, ਜੇ ਆਪਣਾ ਜ਼ੋਰ ਵਿਖਾਉਣਗੇ, ਤਾਂ ਅਸੀਂ ਕਿਹੜਾ ਚੂੜੀਆਂ ਪਾਈਆਂ ਹਨ। ਅਸੀਂ ਕਾਲ ਪੁਰਖ ਦੀ ਆਗਿਆ ਅਨੁਸਾਰ ਹੀ ਉਹਨਾਂ ਨਾਲ ਵਰਤਾਂਗੇ। ਸਾਨੂੰ ਅਕਾਲ ਪੁਰਖ ਨੇ ਜਦ ਪ੍ਰਗਟ ਹੋਣ ਵਾਸਤੇ ਹੀ ਭੇਜਿਆ ਹੈ, ਤਾਂ ਫਿਰ ਅਸੀਂ ਧੌਂਸੇ ਨੰਗਾਰੇ ਸੈਨਾ ਤੋਂ ਬਿਨਾਂ ਉਸ ਦੀ ਇਹ ਇੱਛਾ ਵੀ ਪੂਰੀ ਕਿਸ ਤਰ੍ਹਾਂ ਹੋ ਸਕਦੀ ਆ। ਉਠੋ, ਸਤਿਗੁਰੂ ਨਾਨਕ ਸਾਹਿਬ ਜੀ ਦਾ ਨਾਮ ਲੈ ਕੇ ਤਿਆਰ ਹੋ ਕੇ ਪਹਿਲਾਂ ਭੀਮ ਚੰਦ ਨੂੰ ਹੀ ਨਗਾਰਾ ਸੁਣਾਵਾਂਗੇ। ਕਹਿੰਦੇ ਤੁਸੀਂ ਭੀਮ ਚੰਦ ਤੋਂ ਡਰਦੇ ਹੋ ਨਾ, ਇਹ ਨਗਾਰਾ ਭੀਮ ਚੰਦ ਨੂੰ ਇਹ ਸੁਣਾਵਾਂਗੇ ਪਹਿਲਾਂ। ਹੋਰ ਦੱਸੋ ਮਹਾਰਾਜ ਜੀ ਕਹਿੰਦੇ, ਉਸ ਦੇ ਜੰਗਲ ਵਿੱਚ ਸ਼ਿਕਾਰ ਖੇਡੀਏ ਤੇ ਨਗਾਰਾ ਖੜਕਾਈਏ, ਐਸੀ ਗਰਜਨ ਪਾਈਏ ਕਿ ਸਾਰਾ ਪਹਾੜ ਗੂੰਜ ਉੱਠੇ। ਨੰਦ ਚੰਦ ਨੂੰ ਆਪ ਜੀ ਨੇ ਫਰਮਾਇਆ ਕਿ ਨਗਾਰਾ ਚੰਗੀ ਤਰ੍ਹਾਂ ਮਸਾਲਾ ਲਾ ਕੇ ਤਿਆਰ ਕਰੋ, ਜਿਹਦੀ ਗੂੰਜ ਪਹਾੜੀ ਰਾਜਿਆਂ ਦੇ ਕੰਨਾਂ ਵਿੱਚ ਚੰਗੀ ਤਰ੍ਹਾਂ ਸੁਣ ਜਾਵੇ। ਸਤਿਗੁਰੂ ਜੀ ਨੇ ਇਹਦਾ ਆਕਾਰ ਤੇ ਆਵਾਜ਼ ਸੁਣ ਕੇ ਇਹਦਾ ਨਾਮ ਜਦੋਂ ਰਣਜੀਤ ਨਗਾਰਾ ਵਜਾਇਆ ਨਾ, ਪਹਾੜੀਆਂ ਦੇ ਕੰਨਾਂ ਦੇ ਵਿੱਚ ਖਾਜ ਹੋਣ ਲੱਗ ਗਈ। ਇੰਨੀ ਆਵਾਜ਼ ਰਣਜੀਤ ਨਗਾਰੇ ਦੀ, ਪਹਾੜੀ ਰਾਜੇ ਵੀ ਇੱਕ ਵਾਰੀ ਕੰਬ ਉੱਠੇ। ਆਖੋ ਸਤਨਾਮ।
भी एडी तकड़ी गरजवी आवाज। फिर सतगुरु महाराज जी ने इसदा नाम रणजीत नगारा रखिया सी। सतगुरु जी दे इस हुक्म अनुसार नगारे नूं तैयार करवा के नंद चंद ने बेनती की कि हजूर आप जी दा धौंसा तैयार होया, जिस वर्गा होर कोई नहीं हो सकता। नंद चंद दी गल नाल सतगुरु जी बहुत खुश होए, बड़े प्रसन्न होए। ਅਤੇ ਦੂਜੇ ਦਿਨ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਬਹੁਤ ਸਾਰਾ ਕੜਾਹ ਪ੍ਰਸਾਦ ਤਿਆਰ ਕਰਵਾ ਕੇ ਨਗਾਰੇ ਨੂੰ ਇੱਕ ਬਲਵਾਨ ਘੋੜੇ ਦੀ ਪਿੱਠ ਉੱਤੇ ਬੰਨ੍ਹ ਦਿੱਤਾ। ਭਾਵ ਕਿ ਘੋੜੇ ਉੱਤੇ ਨਗਾਰਾ ਬੰਨ੍ਹ ਦਿੱਤਾ ਅਤੇ ਫਿਰ ਨੌਵੇਂ ਪਾਤਸ਼ਾਹੀਆਂ ਦਾ ਨਾਮ ਲੈ ਕੇ ਅਰਦਾਸ ਕੀਤੀ। ਅਰਦਾਸ ਸਮਾਪਤੀ ਉੱਤੇ ਨਗਾਰਾ ਖੜਕਾਇਆ, जो बहुत दूर दूर तक सुनाया गया। इस नवीं गल नूं वेखण वास्ते जद पिंड दे सारे लोग इकट्ठे हो गए तां उन्हां विच कड़ाह प्रसाद वरता के आप जी ने शस्त्र वस्त्र सजा के अपने कुछ सूरमियां सहित घोड़ियां की सवारी कर ली। बाकी बहुत लोग पैदल तैयार हो गए। सब तरह की तैयारी वेख के मसंदा ने बेनती की, पातशाह माता जी ने तुहानू ये आख के भेजा है कि इस तरह करन नाल बखेड़ा वध जाएगा। भीम चंद राजा बड़ा ताकतवर है, उहदे राज विच तुसी नगारा क्यों बजाउंदे हो? उसनू घर बैठे बिठाए नू बेअर्थ ही खड़काउंदे हो। तुसी शिकार जाना है तां जाओ, पर नगारा ना बजाओ। इसनू इत्थे ही रहन दिओ। उपरंत माता जी दे इस सुनेहे दी होर मसंदा ने भी पुष्टि की, परंतु सतगुरु कलगीधर पातशाह गुरु गोबिंद सिंह महाराज जी ने फरमाया कि जितने राज साज दे कम हन ये सारे जंग आदक नाल ही करने योग हुंदे ने। माता जी इन्हां गल्लां नूं नहीं जान सकदे। गुरु गोबिंद सिंह महाराज जी कहंदे माता जी इन्हां गल्लां नूं नहीं जान सकदे। ये पहाड़ी राजे की हन जिन्हां तो माता जी डर रहे हैं। महाराज जी कहंदे ये की ने पहाड़ी राजे? कहंदे साडे सामने की ने जिन्हां तो माता जी डर रहे हैं। सानू अकाल पुरख दी ये आग्या है। गुरु गोबिंद सिंह महाराज जी कहंदे सानू अकाल पुरख दी आग्या है, पहला असी किसी नू कुछ नहीं कहांगे, पर जे कोई शरारत करे तां उसनू जंग करके फिर सिद्धा भी करांगे। आखो सतनाम। ਅਸੀਂ ਪਹਿਲਾਂ ਕਹਿੰਦੇ ਕਿਸੇ ਨੂੰ ਨਹੀਂ ਕੁਛ ਕਹਿੰਦੇ। ਹੁਣ ਮੰਨ ਲਓ ਜੇ ਬੰਦਾ ਜਾ ਰਿਹਾ, ਕੁੱਤਾ ਅੱਗੋਂ ਭੱਜ ਕੇ ਲੱਤ ਨੂੰ ਪਵੇ, ਕੀ ਕਰੋਗੇ? ਡੰਡਾ ਹੀ ਮਾਰੋਗੇ ਕਿ ਲੱਤ ਮੂਰੇ ਕਰੋਗੇ ਵੀ ਲੈ ਭਾਈ ਖਾ ਲਾ ਕੇ, ਬੇਲਾ ਲੱਤ ਖਾ ਲਾ ਮੇਰੀ, ਕਰੋਗੇ ਲੱਤ ਮੂਰੇ ਕਿ ਡੰਡਾ ਮਾਰੋਗੇ? ਡੰਡਾ ਮਾਰਾਂਗੇ ਉਹਨੂੰ ਪਰੇ ਭਜਾਵਾਂਗੇ ਨਾ। इसे तरह महाराज जी कहते असी किसी नूं कुछ नहीं आखांगे, जे फिर कोई आएगा चढ़ के उन्होंने प्रसाद छका के जरूर तोरांगे। आखो सतनाम। ये गुरु घर की मर्यादा है। जिहड़ा कोई गुरु घर चढ़ के आउंदा ना उन्होंने फिर प्रसाद दे के तोरिया जांदा। ये वचन आके आप जी ने घोड़े उत्ते सवार होके ते सेवादारां नूं नगारे उत्ते दूर चोब मार के ऐसा खड़काया कि लोकां नूं बदल गरजदा जापिया। जदों नगारा खड़काया जिहड़े पहाड़ी राजे जी कहंदे भी बदल आ गया, कहंदे देखो माड़ा जिहा निकल के बाहर। ਉਹ ਕਹਿੰਦੇ ਬੱਦਲ ਹੀ ਹੈ, ਧੁੱਪ ਬੜੀ ਆ। ਕਹਿੰਦੇ ਬਾਹਰ ਬੱਦਲ ਕਿੱਥੇ ਆ? ਕਹਿੰਦਾ ਗਰਜ ਬੜਾ ਰਿਹਾ।
ਤਾਂ ਗੁਰਮੁਖ ਪਿਆਰਿਓ ਸਤਿਗੁਰੂ ਜੀ ਪਹਾੜ ਰੁੱਖ ਕਰਕੇ ਸੈਨਾ ਸਹਿਤ ਨਗਾਰਾ ਲੈ ਕੇ ਜੰਗਲਾਂ ਵਿੱਚ ਚਲੇ ਗਏ। ਆਪ ਜੀ ਹਰਨ ਸਹੇ ਆਦਿਕ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਦੇ ਕਰਦੇ ਰਾਜਾ ਭੀਮ ਚੰਦ ਦੀ ਰਾਜਧਾਨੀ ਬਿਲਾਸਪੁਰ ਦੇ ਨੇੜੇ ਚਲੇ ਗਏ। ਆਖੋ ਸਤਿਨਾਮ। ਉੱਥੇ ਆਪ ਜੀ ਨੇ ਸੇਵਾਦਾਰ ਨੂੰ ਹੁਕਮ ਦੇ ਕੇ ਨਗਾਰਾ ਬੜੇ ਜ਼ੋਰ ਨਾਲ ਵਜਾਇਆ, ਜਿਹਦੀ ਗੂੰਜ ਪਹਾੜਾਂ ਦੀਆਂ ਦੂਨਾਂ ਵਿੱਚ ਇਉਂ ਗੂੰਜ ਉੱਠੀ ਜਿਵੇਂ ਭੁਚਾਲ ਆਉਂਦਾ ਹੈ। ਆਖੋ ਸਤਿਨਾਮ। ਐਸਾ ਰਣਜੀਤ ਨਗਾਰਾ ਸੀ। ਇਸ ਤਰ੍ਹਾਂ ਨਗਾਰੇ ਦੀ ਸੁੰਦਰ ਆਵਾਜ਼, ਗਰਜਵੀਂ ਆਵਾਜ਼ ਸੁਣ ਕੇ ਆਪ ਜੀ ਨੇ ਇਹਦਾ ਨਾਮ ਫੇਰ ਰਣਜੀਤ ਨਗਾਰਾ ਖੁਸ਼ੀ ਦੇ ਵਿੱਚ ਆ ਕੇ ਰੱਖਿਆ ਸੀ। ਮਹਾਰਾਜ ਜੀ ਕਹਿੰਦੇ ਇਹ ਸਦਾ ਹੀ ਪ੍ਰਸਿੱਧ ਰਹੇਗਾ। ਇਹ ਭਿਆਨਕ ਗੂੰਜ ਸੁਣ ਕੇ ਰਾਜਾ ਭੀਮ ਚੰਦ ਵੀ ਕੰਬ ਉੱਠਿਆ। ਰਾਜਾ ਵੀ ਇੱਕ ਵਾਰ ਕੰਬ ਉੱਠਿਆ ਸੀ। ਤਾਂ ਗੁਰਮੁਖ ਪਿਆਰਿਓ ਇੰਨੀ ਤਕੜੀ ਆਵਾਜ਼ ਸੀ। ਇਹ ਭਿਆਨਕ ਗੂੰਜ ਸੁਣ ਕੇ ਰਾਜਾ ਭੀਮ ਚੰਦ ਵੀ ਕੰਬ ਉੱਠਿਆ। ਉਸਨੇ ਆਪਣੇ ਵਜ਼ੀਰਾਂ ਅਮੀਰਾਂ ਨੂੰ ਪੁੱਛਿਆ, ਇਹ ਨਗਾਰਾ ਕਿਸ ਦਾ ਹੈ? ਕਿਸੇ ਪਹਾੜੀ ਰਾਜੇ ਦਾ ਇਹ ਨਗਾਰਾ ਨਹੀਂ ਹੋ ਸਕਦਾ, ਇਹ ਕੋਈ ਨਵਾਂ ਹੀ ਜਾਪਦਾ ਹੈ। ਵੱਜਦਾ ਦੂਰ ਹੈ ਪਰ ਲੱਗਦਾ ਆਇਆ ਵੀ ਆ ਨੇੜੇ ਵੱਜ ਰਿਹਾ ਹੈ। ਭੀਮ ਚੰਦ ਦੀ ਇਹ ਹੈਰਾਨੀ ਭਰੀ ਚਿੰਤਾ ਜਨਤਕ ਗੱਲ ਸੁਣ ਕੇ ਵਜ਼ੀਰ ਨੇ ਕਿਹਾ, ਹਜ਼ੂਰ ਮੈਂ ਸੁਣਿਆ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਲੜਕਾ ਜਿਹਦਾ ਨਾਮ ਗੋਬਿੰਦ ਰਾਏ ਹੈ, ਉਹ ਆਪਣੇ ਪਿਤਾ ਦੇ ਦਰਸਾਏ ਹੋਏ ਨਗਰ ਅਨੰਦਪੁਰ ਸਾਹਿਬ ਦੇ ਵਿੱਚ ਰਹਿੰਦਾ ਹੈ। ਭਾਵੇਂ ਉਮਰ ਕਰਕੇ ਛੋਟੇ ਹਨ ਪਰ ਹੈਨ ਬੜੇ ਬਲਵਾਨ, ਸ਼ਾਸਤਰ ਵਿਦਿਆ ਦੇ ਧਨੀ ਅਤੇ ਹਜ਼ਾਰਾਂ ਸੰਗਤਾਂ ਉਹਨਾਂ ਦੇ ਪਾਸ ਦਰਸ਼ਨ ਕਰਨ ਆਉਂਦੀਆਂ ਹਨ ਤੇ ਬੇਅੰਤ ਭੇਟਾ ਕਰਦੀਆਂ ਹਨ। ਉਹ ਜੰਗਲ ਵਿੱਚ ਸ਼ਿਕਾਰ ਖੇਡਣ ਆਉਂਦੇ ਹਨ। ਇੱਕ ਵੱਡਾ ਨਗਾਰਾ ਵੀ ਉਹਨਾਂ ਨੇ ਹੀ ਤਿਆਰ ਕਰਵਾਇਆ। ਸੁਣਿਆ ਹੈ, ਜਾਪਦਾ ਹੈ ਕਿ ਉਹ ਅੱਜ ਇੱਧਰ ਸ਼ਿਕਾਰ ਕਰਨ ਵਾਸਤੇ ਆਏ ਹਨ। ਉਹਨਾਂ ਨੇ ਹੀ ਨਗਾਰਾ ਵਜਾਇਆ ਹੈ। ਉਹਨਾਂ ਦੇ ਰਾਜੇ ਮਹਾਰਾਜੇ ਵੀ ਸੇਵਕ ਨੇ। ਉਹਨਾਂ ਦੇ ਰਾਜੇ ਮਹਾਰਾਜੇ ਵੀ ਸੇਵਕ ਨੇ। ਬਹੁਤ ਅਜੀਬ ਚੀਜ਼ਾਂ ਨੂੰ ਅਰਪਣ ਕਰਦੇ ਹਨ। ਸੁਣਿਆ ਕਿ ਅਸਾਮ ਦਾ ਦੇਸ਼ ਦਾ ਰਾਜਾ ਰਤਨ ਰਾਏ ਇਹਨਾਂ ਵਾਸਤੇ ਬੜੀਆਂ ਕੀਮਤੀ ਵਸਤੂਆਂ ਲੈ ਕੇ ਆਇਆ ਹੈ। ਦਰਸ਼ਨ ਕਰਨ ਆਇਆ ਸੀ। ਉਸਨੇ ਇੱਕ ਸੁੰਦਰ ਹਾਥੀ ਔਰ 5 ਸੁੰਦਰ ਘੋੜੇ, ਇੱਕ ਪੰਚ ਕਲਾ ਸ਼ਾਸਤਰ, ਇੱਕ ਦੰਦ ਖੰਡ ਦੀ ਚੌਂਕੀ, ਇੱਕ ਅਜੀਬ ਕਟੋਰਾ ਤੇ ਇੱਕ ਪ੍ਰਸਾਦੀ ਹਾਥੀ ਅਤੇ ਬੇਅੰਤ ਧਨ ਭੇਟਾ ਕੀਤਾ। ਅਮੀਰ ਗਰੀਬ ਸਭ ਕੋਈ ਇਹਨਾਂ ਪਾਸ ਆਉਂਦਾ। ਇਹਨਾਂ ਦੇ ਨਾਲ ਮਿਲਾਪ ਰੱਖੋ। ਉਹ ਵਜ਼ੀਰ ਕਹਿੰਦਾ ਇਹਨਾਂ ਦੇ ਨਾਲ ਮਿਲਾਪ ਰੱਖੋ, ਕਿਉਂਕਿ ਇੱਕ ਤਾਂ ਉਹ ਪੂਜਨਯੋਗ ਗੁਰੂ ਹਨ, ਦੂਜਾ ਸੈਨਾ ਬਹੁਤ ਬਲੀ ਹੈ ਉਹਨਾਂ ਦੇ ਕੋਲ, ਬੜੇ ਸੂਰਮੇ ਨੇ। ਇਹਨਾਂ ਦੇ ਨਾਲ ਆਪਾਂ ਨੂੰ ਵਿਗਾੜਨੀ ਨਹੀਂ ਚਾਹੀਦੀ, ਇਹਨਾਂ ਦੇ ਨਾਲ ਬਣਾ ਕੇ ਰੱਖੋ। ਆਓ ਫਿਰ ਅੱਗੇ ਕੱਲ ਨੂੰ ਸੁਣਿਓ ਇਤਿਹਾਸ। ਭੀਮ ਚੰਦ ਨੇ ਗੁਰੂ ਜੀ ਪਾਸ ਵਜ਼ੀਰ ਭੇਜਣਾ। ਆਪਣਾ ਵਜ਼ੀਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਅਨੰਦਪੁਰ ਸਾਹਿਬ ਭੇਜਿਆ ਕਿ ਜਾਓ, ਜਾ ਕੇ ਉਹਨਾਂ ਦੇ ਨਾਲ ਵਿਚਾਰ ਕਰੋ ਕਿ ਭੀਮ ਚੰਦ ਸਾਡਾ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ, ਤੁਹਾਡੇ ਚਰਨਾਂ ਦੇ ਵਿੱਚ ਆਉਣਾ ਚਾਹੁੰਦਾ। ਜਾਓ ਉਹਨਾਂ ਦੇ ਨਾਲ ਜਾ ਕੇ ਵਿਚਾਰ ਵਟਾਂਦਰਾ ਕਰਕੇ ਫਿਰ ਮੈਨੂੰ ਦੱਸਿਓ ਤੇ ਫਿਰ ਆਪਾਂ ਵੀ ਅਨੰਦਪੁਰ ਸਾਹਿਬ ਦੇ ਵਿੱਚ ਚੱਲਾਂਗੇ। ਇੱਥੋਂ ਅੱਗੇ ਇਤਿਹਾਸ ਸਰਵਣ ਕਰਿਓ ਕੱਲ ਨੂੰ।
आओ गुरबाणी पढ़दे सुनदे कोल एक नहीं तमाम ही बेअंत गलतियां भुल्ला चुका हो जांदियां ने। सतगुरु संगतां बख्शनहार हन, अगों वास्ते सिते मेरा बरत रख के सुध स्पष्ट गुरबाणी पढ़न दी, सेवा करन दी, कथा कीर्तन करन दी सोझी आ जाए। पुरातन मर्यादा ने जिहड़ियां शास्त्रां दियां, घोड़े दियां, रैफलां दियां, पिस्तौलां दियां, अज बंदे तरह तरह दी गल्लां करदे ने भी सिंह शास्त्र लई फिरदे जी, ओ जी, आ जी, माहौल खराब करदे आ, पर उन्हां बंदियां नूं ज्ञान नहीं है। आखो सतनाम। ये पुरातन मर्यादा। सतगुरु कलगीधर पातशाह गुरु गोबिंद सिंह महाराज जी जंगलों के विच बहुता रहिंदे सी। भावें आनंदपुर साहिब स्थान बनया होया सी, पर बहुता जंगलों के विच रहिंदे सी। जंगलों के विच छपरियां पाइयां, शिकार खेडना, उत्थे ही रहना, वो पुरातन मर्यादा दे नाल रहिंदे सी। हाथी घोड़े रखने, बग्घियां रखणियां। तां कदे कदे जदों तपोवन ढक्की साहिब की धरती ते जाने आ ना, श्रीमान संत बाबा दर्शन सिंह जी खालसा तपोवन ढक्की साहिब वाले महापुरुष, जिन्हां ने पुरातन मर्यादा नूं कायम रखिया होया, जिन्हां ने पुरातन मर्यादा नूं कायम रखिया होया, उसे तरह जंगल, उसे तरह घोड़े, हाथी, बग्घियां और गुरमुख प्यारिओ अनेक प्रकार के शास्त्र ते अनेक प्रकार के सिंह सूरमे। इस करके वो जदों तपोवन ढक्की साहिब जाने ना, ते उही पुरातन दिरस अज भी चेता आ जाता है। आखो सतनाम। जिवें थां थां दे उत्ते बखरियां बखरियां ਸਿੰਘਾਂ ਦੀਆਂ ਛਪਰੀਆਂ ਬਣੀਆਂ ਹੋਈਆਂ ਨੇ, ਉਹ ਪੁਰਾਤਨ ਮਰਜ਼ਾਦਾ ਨੂੰ ਮਹਾਂਪੁਰਖਾਂ ਨੇ ਕਾਇਮ ਰੱਖਿਆ। ਉਕਣੇ ਜੰਗਲ ਰੱਖਿਆ, ਨਹੀਂ ਤਾਂ ਵੱਢ ਕੇ ਜਿੱਡੀਆਂ ਵੱਡੀਆਂ ਵੱਡੀਆਂ ਇਮਾਰਤਾਂ ਬਣਾ ਸਕਦੇ ਨੇ ਮਹਾਂਪੁਰਸ਼, ਉਹਨਾਂ ਨੂੰ ਕਿਹੜਾ ਕੋਈ ਘਾਟ ਆ ਮਾਇਆ ਦੀ। ਤਾਂ ਗੁਰਮੁਖ ਪਿਆਰੇ, ਜਿੱਥੇ ਕੀਮਤੀ ਕੀਮਤੀ ਗੱਡੀਆਂ ਰੱਖੀਆਂ ਹੋਈਆਂ ਨੇ, ਹੈਲੀਕਾਪਟਰ ਦੇ ਵਿੱਚ ਮਹਾਂਪੁਰਖਾਂ ਨੇ ਦੀਵਾਨ ਲਾਇਆ। ਅੱਜ ਤੱਕ ਨਾ ਕਿਸੇ ਨੇ ਦੀਵਾਨ ਲਾਇਆ ਹੈਲੀਕਾਪਟਰ ਵਿੱਚ ਜਾ ਕੇ, ਤੇ ਨਾ ਹੀ ਕਿਸੇ ਨੇ ਲਾਉਣਾ ਹੈ। ਆਖੋ ਸਤਨਾਮ। ਉਹਨਾਂ ਸਮਿਆਂ ਦੇ ਵਿੱਚ ਵੀ ਬੜੇ ਦੁਖੀ ਖੜੇ ਹੋਏ। ਕੋਈ ਕਹਿੰਦਾ ਜੀ ਜਹਾਜ਼ ਤੇ ਫਿਰਦੇ ਆ, ਕੋਈ ਕਿਵੇਂ, ਕੋਈ। ਪਰ ਜਿਹੜੀ ਮਰਜ਼ਾਦਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪੁਰਾਤਨ ਘੋੜਿਆਂ ਵਾਲੀ, ਉਹ ਘੋੜਿਆਂ ਵਾਲੀ ਵੀ ਮਰਜ਼ਾਦਾ ਮਹਾਂਪੁਰਖਾਂ ਨੇ ਰੱਖਿਆ। ਘੋੜੇ ਦੇ ਉੱਤੇ ਸਵਾਰੀ ਕਰਦੇ, ਸਿੰਘ ਸਵਾਰੀ ਕਰਦੇ। ਇਸ ਕਰਕੇ ਜਦੋਂ ਤਪੋਵਨ ਢੱਕੀ ਸਾਹਿਬ ਦੀ ਧਰਤੀ ਤੇ ਜਾਂਦੇ ਆ, ਤਾਂ ਉਹ ਪੁਰਾਤਨ ਦਿਰਸ, ਉਹ ਪੁਰਾਤਨ ਸਮਾਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਿੰਘ ਤੇ ਕਿਵੇਂ ਜੰਗਲਾਂ ਦੇ ਵਿੱਚ ਰਹਿੰਦੇ ਸੀ, ਉਹ ਚੇਤਾ ਯਾਦ ਆ ਜਾਂਦਾ ਹੈ। ਲੱਖੀ ਜੰਗਲ, ਮਾਸੀ ਬਾੜੇ ਦਾ ਜੰਗਲ, ਉਹ ਚੇਤਾ ਆ ਜਾਂਦਾ ਹੈ। ਸੋ ਆਓ ਗੁਰੂ ਘਰ ਦੀਆਂ ਮਰਜ਼ਾਦਾ, ਜਿਵੇਂ ਆਪਣਾ ਨਗਾਰਾ, ਤੀਰ, ਕਿਰਪਾਨਾਂ, ਸ਼ਸਤਰ, ਇਹ ਸਭ ਗੁਰੂ ਦੀ ਸ਼ੋਭਾ ਵਾਸਤੇ, ਗੁਰੂ ਦੀ ਖੁਸ਼ੀ ਵਾਸਤੇ ਗੁਰੂ ਚਰਨਾਂ ਦੇ ਵਿੱਚ ਸਜਾਏ ਜਾਂਦੇ ਨੇ। ਆਓ ਇੰਨੀਆਂ ਵਿਚਾਰਾਂ ਕਰਦਿਆਂ ਕੋਲੋਂ ਬੇਅੰਤ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ। ਸੰਗਤਾਂ ਸਤਿਗੁਰੂ ਜੀ ਬਖਸ਼ਨਹਾਰ ਹਨ। ਆਓ ਸ਼ਲੋਕ ਦੇ ਵਿੱਚ ਬੋਲ ਕੇ ਰਸਮ ਨੂੰ ਕਰੀਏ ਪਵਿੱਤਰ ਅਰਦਾਸ। ਹੁਕਮਨਾਮਾ ਸਾਹਿਬ ਕੜਾ ਪ੍ਰਸਾਦੀ ਦੇਗਾਂ ਲੈ ਕਰਕੇ ਫਿਰ ਆਪੋ ਆਪਣੇ ਕਾਰੋ ਵਿਹਾਰ ਕਰਨੀ ਹੈ। ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸੋ 3 ਤਰੀਕ ਨੂੰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅਵਤਾਰ ਦਿਹਾੜੇ ਦੇ ਸੰਬੰਧ ਵਿੱਚ ਅਖੰਡ ਪਾਠ ਸਾਹਿਬ ਹੋਣਗੇ। 3 ਤਰੀਕ ਨੂੰ ਹੀ ਨਗਰ ਕੀਰਤਨ ਕੱਢਿਆ ਜਾਵੇਗਾ। 3 ਤਰੀਕ ਨੂੰ ਹੀ ਨਗਰ ਕੀਰਤਨ ਕੱਢਿਆ ਜਾਵੇਗਾ, ਕਿਉਂਕਿ ਪਾਲਕੀ ਪਹਿਲਾਂ ਸਲਾਹ ਸੀ ਵੀ ਚਲੋ ਆਪਾਂ 4 ਤਰੀਕ ਨੂੰ ਨਗਰ ਕੀਰਤਨ ਕੱਢ ਲਾਂਗੇ। ਫਿਰ ਉਹ ਪਾਲਕੀ ਦਾ ਪ੍ਰਬੰਧ ਨਹੀਂ ਸੀ ਬਣਿਆ,
ਤੇ 3 ਤਰੀਕ ਨੂੰ ਆਪਾਂ ਨੂੰ ਪਾਲਕੀ ਮਿਲ ਰਹੀ ਆ। ਤੇ ਇਹੀ ਵਿਚਾਰ ਹੋਈ ਫਿਰ ਵੀ ਚਲੋ ਆਪਣੇ ਸਤਿਗੁਰੂ ਦੀ ਯਾਦ ਮਨਾਣੀ ਆ ਤੇ 3 ਤਰੀਕ ਨੂੰ ਫਿਰ ਆਪਾਂ ਨਗਰ ਕੀਰਤਨ ਕੱਢਾਂਗੇ। ਆਓ ਆਪੋ ਆਪਣੀਆਂ ਕਰੋ ਭਾਈ ਤਿਆਰੀਆਂ। ਹੁਣ ਸ਼ਹੀਦੀ ਜੋੜ ਮੇਲੇ ਚੱਲ ਰਹੇ ਨੇ। ਇਹ ਹਫ਼ਤਾ ਸ਼ਹੀਦੀ ਜੋੜ ਮੇਲਿਆਂ ਦਾ ਹੁੰਦਾ ਤੇ ਇਹਦੇ ਵਿੱਚ ਗੁਰਮੁਖ ਪਿਆਰਿਓ ਵਿਰਾਗ ਦੇ ਨਾਲ ਜੀਵਨ ਬਤੀਤ ਕਰਨਾ ਪੈਂਦਾ। ਆ ਹਫ਼ਤਾ ਬੜਾ ਵਿਰਾਗਮਈ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਹੜਾ ਇਤਿਹਾਸ ਹੈ, ਸਾਹਿਬਜ਼ਾਦਿਆਂ ਦਾ ਇਤਿਹਾਸ ਆ, ਬੜਾ ਹੀ ਵਿਰਾਗਮਈ ਹੈ। ਇੱਕ ਹਫ਼ਤੇ ਦੇ ਵਿੱਚ ਹੀ ਸਾਰਾ ਕੁਝ ਹੋ ਗਿਆ ਸੀ। ਆਨੰਦਪੁਰ ਸਾਹਿਬ ਤੋਂ ਲੈ ਕੇ ਔਰ ਸਿੰਘਾਂ ਦੀਆਂ ਸ਼ਹੀਦੀਆਂ, ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦੀਆਂ, ਮਾਤਾ ਜੀ ਦੀ ਸ਼ਹੀਦੀ ਤੇ ਹੋਰ ਸ਼ਹੀਦੀਆਂ, ਇੱਕ ਹਫ਼ਤੇ ਵਿੱਚ ਬਹੁਤ ਕੁਝ। ਇਸੇ ਕਰਕੇ ਇਹ ਹਫ਼ਤਾ ਵਿਰਾਗਮਈ ਆ। ਆਓ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਅਵਤਾਰ ਦਿਹਾੜਾ, ਇਸੇ ਕਰਕੇ ਆਪਾਂ ਨੇ ਅੱਗੇ ਕੀਤਾ ਵੀ ਫਿਰ ਖੁਸ਼ੀਆਂ ਵਾਲਾ ਮਾਹੌਲ ਜਿਹਾ ਬਣ ਜਾਂਦਾ। ਤੇ ਵੈਸੇ ਤਾਂ ਬਣਦਾ 29 ਤਰੀਕ ਦਾ, ਪਰ ਉਹ ਜਿਹੜਾ ਸਮਾਂ ਹੈ ਫਿਰ ਕੁਝ ਚੇਂਜ ਹੋ ਜਾਂਦਾ, ਫਰਕ ਪੈ ਜਾਂਦਾ। ਇਸ ਕਰਕੇ ਆਪਾਂ ਨੇ ਇਹ ਸਮਾਂ ਰੱਖਿਆ ਹੈ 5 ਤਰੀਕ ਦਾ। ਆਓ ਸ਼ਲੋਕ ਦੇ ਵਿੱਚ ਬੋਲੀਏ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਤਰਤ ਮਹਤ, ਦਿਵਸ ਰਾਤ ਦੋ ਦਾਈ ਦਇਆ, ਖਿਲੇ ਸਗਲ ਜਗਤ, ਚੰਗਿਆਈਆਂ